ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ, ਜਿਸ ਦਾ ਨਾਮ ਹੈ ਜੀ ਇੰਟਰਨੈਸ਼ਨਲ ਅਪਡੇਟ। ਪ੍ਰੋਗਰਾਮ ਵਿੱਚ ਅੱਜ ਖਾਸ ਅਪਡੇਟਸ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਹੋਣਗੀਆਂ, ਜਿਸ ਵਿੱਚ ਸਭ ਤੋਂ ਪਹਿਲੀ ਅਪਡੇਟ ਗ੍ਰੀਨ ਕਾਰਡ ਨੂੰ ਲੈ ਕੇ ਹੈ। ਜੀ ਹਾਂ, ਗ੍ਰੀਨ ਕਾਰਡ ਧਾਰਕਾਂ ਲਈ ਬੜੀ ਅਹਿਮ ਤੇ ਜ਼ਰੂਰੀ ਖਬਰ ਸਾਹਮਣੇ ਆਈ ਹੈ, ਕਿਉਂਕਿ ਬਹੁਤ ਸਾਰੇ ਐਸੇ ਗ੍ਰੀਨ ਕਾਰਡ ਅਰਜ਼ੀਕਾਰ ਹਨ ਜੋ ਅਮਰੀਕਾ ਵਿੱਚ ਰਹਿ ਕੇ ਇਸ ਲਈ ਅਪਲਾਈ ਕਰਦੇ ਹਨ, ਪਰ ਇਸ ਨੂੰ ਲੈ ਕੇ ਕੁਝ ਬਦਲਾਵ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ। ਸੋ ਇਸ ਕਰਕੇ ਪ੍ਰਵਾਸੀਆਂ ਨੂੰ ਇੱਕ ਵੱਡਾ ਝਟਕਾ ਇਸ ਨਾਲ ਲੱਗਾ ਹੈ। ਅਮਰੀਕਾ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਅਮਰੀਕੀ ਇਮੀਗ੍ਰੇਸ਼ਨ ਵਿਭਾਗ USCIS ਵੱਲੋਂ ਜਾਰੀ ਕੀਤੇ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਕਈ ਵਿਦੇਸ਼ੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਲਈ ਆਪਣੇ ਦੇਸ਼ ਵਾਪਸ ਜਾ ਕੇ ਹੀ ਅਰਜ਼ੀ ਦੇਣੀ ਪਵੇਗੀ। ਜੀ ਹਾਂ, ਇਸ ਫੈਸਲੇ ਨੇ ਖਾਸ ਕਰਕੇ ਭਾਰਤੀ ਵਿਦਿਆਰਥੀਆਂ, ਜਿਸ ਵਿੱਚ H1B ਵੀਜ਼ਾ ਹੋਲਡਰਸ ਅਤੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਫਿਲਹਾਲ ਪਹਿਲਾਂ ਹੀ ਚਿੰਤਾ ਬਹੁਤ ਜ਼ਿਆਦਾ ਸੀ, ਪਰ ਇਸ ਨਿਯਮ ਨੇ ਹੁਣ ਇਹ ਚਿੰਤਾ ਨੂੰ ਥੋੜਾ ਦੁੱਗਣਾ ਕਰ ਦਿੱਤਾ ਹੈ। ਪਹਿਲਾਂ ਕਈ ਲੋਕ ਅਮਰੀਕਾ ਦੇ ਅੰਦਰ ਰਹਿੰਦੇ ਹੋਏ ਹੀ ਐਡਜਸਟਮੈਂਟ ਆਫ ਸਟੇਟਸ ਰਾਹੀਂ ਗ੍ਰੀਨ ਕਾਰਡ ਦੀ ਪ੍ਰਕਿਰਿਆ ਪੂਰੀ ਕਰ ਲੈਂਦੇ ਸੀ, ਪਰ ਹੁਣ ਇਦਾਂ ਨਹੀਂ ਹੋਏਗਾ। मतलब यह है कि जे कोई व्यक्ति जिस भी स्टूडेंट वर्क ਜਾਂ ਹੋਰ ਵਰਕਰ ਹੋਇਆ ਜਾਂ ਹੋਰ ਅਸਥਾਈ ਵੀਜ਼ੇ ਤੇ ਅਮਰੀਕਾ ਵਿੱਚ ਮੌਜੂਦ ਹੁੰਦਾ ਸੀ, ਤਾਂ ਉਹ ਉੱਥੇ ਰਹਿ ਕੇ ਹੀ ਪੱਕੀ ਰਿਹਾਇਸ਼ ਲਈ ਅਰਜ਼ੀ ਦੇ ਸਕਦਾ ਸੀ। ਪਰ ਹੁਣ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਸੀਮਿਤ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਨਿਯਮਾਂ ਦੇ ਮੁਤਾਬਕ ਬਹੁਤ ਸਾਰੇ ਅਰਜ਼ੀਕਾਰਾਂ ਨੂੰ ਆਪਣੇ ਮੁਲਕ ਵਿੱਚ ਮੌਜੂਦ ਅਮਰੀਕੀ ਅੰਬੈਸੀ ਜਾਂ ਫਿਰ ਕੰਸੂਲੇਟ ਰਾਹੀਂ ਇੰਟਰਵਿਊ ਅਤੇ ਹੋਰ ਕਾਰਵਾਈ ਪੂਰੀ ਕਰਨੀ ਪਵੇਗੀ। ਇਸ ਦਾ ਮਤਲਬ ਇਹ ਵੀ ਹੈ ਕਿ ਜੇ ਕੋਈ ਵਿਅਕਤੀ ਅਮਰੀਕਾ ਛੱਡ ਕੇ ਆਪਣੇ ਦੇਸ਼ ਜਾਂਦਾ ਹੈ ਤਾਂ ਉਸ ਨੂੰ ਮੁੜ ਵੀਜ਼ਾ ਜਾਂ ਇਮੀਗ੍ਰੇਸ਼ਨ ਮਨਜ਼ੂਰੀ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਮਰੀਕੀ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਕਦਮ ਇਮੀਗ੍ਰੇਸ਼ਨ ਸਿਸਟਮ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਵੀਜ਼ਾ ਨਿਯਮਾਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਸਰਕਾਰ ਦੇ ਅਨੁਸਾਰ ਕੁਝ ਲੋਕ ਟੂਰਿਸਟ ਜਾਂ ਅਸਥਾਈ ਵੀਜ਼ੇ ਤੇ ਆ ਕੇ ਸਿੱਧਾ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਕਰਦੇ ਸਨ, ਜਿਸ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਸੀ। ਸੋ ਇਮੀਗ੍ਰੇਸ਼ਨ ਮਾਹਰਾਂ ਦਾ ਇਹ ਮੰਨਣਾ ਹੈ ਕਿ ਇਸ ਨਵੇਂ ਨਿਯਮ ਦੇ ਨਾਲ ਗ੍ਰੀਨ ਕਾਰਡ ਪ੍ਰਕਿਰਿਆ ਹੋਰ ਲੰਮੀ ਅਤੇ ਮੁਸ਼ਕਿਲ ਹੋ ਸਕਦੀ ਹੈ, ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਦੇ ਲੋਕਾਂ ਲਈ, ਜਿੱਥੇ ਪਹਿਲਾਂ ਹੀ ਗ੍ਰੀਨ ਕਾਰਡ ਦੀ ਉਡੀਕ ਕਈ ਸਾਲਾਂ ਤੱਕ ਲੰਬੀ ਹੈ। ਇਹ ਫੈਸਲਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ USCIS ਨੇ ਇਹ ਵੀ ਕਿਹਾ ਹੈ ਕਿ ਕੁਝ ਖਾਸ ਹਾਲਾਤਾਂ ਵਿੱਚ ਛੂਟ ਦਿੱਤੀ ਜਾ ਸਕਦੀ ਹੈ, ਪਰ ਇਸ ਲਈ ਵੱਖਰੀ ਮਨਜ਼ੂਰੀ ਲੈਣੀ ਪਵੇਗੀ। ਇਸ ਫੈਸਲੇ ਤੋਂ ਬਾਅਦ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਕਈ ਲੋਕ ਇਸ ਨੂੰ ਅਮਰੀਕਾ ਦੀ ਹੋਰ ਸਖਤ ਇਮੀਗ੍ਰੇਸ਼ਨ ਨੀਤੀ ਵੱਲ ਇੱਕ ਹੋਰ ਕਦਮ ਮੰਨ ਰਹੇ ਹਨ। ਜਿੱਥੇ ਅਮਰੀਕਾ ਵਿੱਚ ਪਹਿਲਾਂ ਹੀ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਨਿਯਮ ਸਖਤ ਕਰ ਦਿੱਤੇ ਗਏ ਹਨ ਅਤੇ ਹੁਣ ਵੈਸੇ ਹੀ ਅਮਰੀਕਾ ਦਾ ਵੀਜ਼ਾ ਅਪਲਾਈ ਕਰਨਾ ਹੀ ਬਹੁਤ ਮੁਸ਼ਕਿਲ ਹੋ ਚੁੱਕੀ ਹੈ, ਉੱਥੇ ਹੁਣ ਬਹੁਤ ਸਾਰੇ ਲੋਕ ਜੋ ਅਮਰੀਕਾ ਵਿੱਚ ਮੌਜੂਦ ਨੇ ਤੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਅਪਲਾਈ ਕਰਨਾ ਹੈ, ਹੁਣ ਉਹਨਾਂ ਲਈ ਇੱਕ ਵੱਖਰੀ ਸਮੱਸਿਆ ਖੜੀ ਹੋ ਚੁੱਕੀ ਹੈ। यानी कि ये कि हुण जो भी विद्यार्थी होणगे या वर्कर होणगे, खास तौर ते H1B दे IT विभाग वाले हुंदे सी, जिन्हां नूं ग्रीन कार्ड पहला मिल जांदा सीगा उत्थे रहिंदे होए, बट हुण इदां नहीं होएगा। उन्हां दे लई उन्हां नूं अपने देश विच रहिंदे होए, यानी कि जिस भी मुल्क दा कोई भी विदेशी नागरिक होएगा, प्रवासी होएगा, अपने मुल्क विच आके इस नूं अप्लाई करेगा। ਗੱਲ ਇੱਥੇ ਸਾਫ਼ ਹੈ ਕਿ ਅਗਰ ਤਾਂ ਉੱਥੇ ਰਹਿ ਕੇ ਅਪਲਾਈ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਮਨਜ਼ੂਰੀ ਮਿਲ ਜਾਂਦੀ ਹੈ ਤੇ ਇਟ ਮੀਨਸ ਕਿ ਉਹ ਅਮਰੀਕਾ ਵਿੱਚ ਪੱਕੀ ਰਿਹਾਇਸ਼ ਹਾਸਲ ਕਰ ਲੈਣਗੇ। ਅਗਰ ਨਹੀਂ ਮਿਲੇਗੀ ਤਾਂ ਇਹਦਾ ਮਤਲਬ ਇਹ ਵੀ ਹੈ ਕਿ ਅਮਰੀਕਾ ਦੁਬਾਰਾ ਜਾਣਾ ਸ਼ਾਇਦ ਸੁਪਨਾ ਵੀ ਰਹਿ ਸਕਦਾ। ਬਹੁਤ ਕੁਝ ਹੋ ਸਕਦਾ ਹੈ ਤੇ ਬਹੁਤ ਸਾਰੇ ਬਦਲਾਅ ਵੀ ਆਉਣ ਵਾਲੇ ਸਮੇਂ ਵਿੱਚ ਹੋ ਸਕਦੇ ਹੈ। ਔਰ ਭਾਰਤੀਆਂ ਨੂੰ ਹਮੇਸ਼ਾ ਇਸ ਕਰਕੇ ਸਭ ਤੋਂ ਅੱਗੇ ਰੱਖਿਆ ਜਾਂਦਾ ਹੈ ਕਿਉਂਕਿ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਮਰੀਕਾ ਵਿੱਚ। ਇਸੇ ਕਰਕੇ ਅਮਰੀਕਾ ਦੇ ਵਿੱਚ ਮੌਜੂਦ ਜਿਹੜੇ ਭਾਰਤੀ ਪ੍ਰਵਾਸੀ ਨੇ ਉਹਨਾਂ ਨੂੰ ਸਭ ਤੋਂ ਵੱਡਾ ਝਟਕਾ ਹੈ। ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਸਿਰਫ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਹੀ ਐਸੇ ਨਹੀਂ ਹਨ ਜਿਨ੍ਹਾਂ ਦੇ ਖਿਲਾਫ ਇਹ ਮੋਰਚਾ ਉੱਠਿਆ ਹੋਇਆ। ਹੁਣ ਜੋ ਕਾਨੂੰਨੀ ਤੌਰ ਤੇ ਮੌਜੂਦ ਨੇ ਜਾਂ ਸਟੂਡੈਂਟ ਵੀਜ਼ਾ ਤੇ ਨੇ ਜਾਂ ਕਿਸੇ ਹੋਰ ਵੀਜ਼ਾ ਤੇ ਵੀ ਮੌਜੂਦ ਨੇ, ਉਹਨਾਂ ਨੂੰ ਵੀ ਬਹੁਤ ਸਖਤ ਨਿਯਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਇਹ ਨਿਯਮ ਇੰਨੇ ਜ਼ਿਆਦਾ ਸਖਤ ਹੁੰਦੇ ਨੇ ਕਿ ਛੋਟੀ ਜਿਹੀ ਗਲਤੀ ਕਰਕੇ ਰੱਦ ਹੋ ਜਾਂਦੇ ਨੇ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਤੇ ਉਹ ਦੁਬਾਰਾ ਤੋਂ ਅਪਲਾਈ ਕਰਨ ਵਾਸਤੇ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਹੈ। ऐसे सख्त नियम अमेरिका की सुरक्षा लिए जरूरी मने जा रहे हैं। यह भी कहा जा रहा है इस नाल बहुत सारिया चीज़ों पर रोक लगाई जा सकती है जो अमेरिका के लिए सही नहीं हैं। सो अमरीकी सुरक्षा का हवाला हमेशा इमीग्रेशन के मुद्दे पर दिता जाता है, किसी करके इमीग्रेशन मुद्दा सख्त किया गया ताकि कोई भी ऐसा
प्रवासी या ऐसा विदेशी नागरिक अमेरिका विच दाखिल ना हो सके जो ना कानूनी तौर पर होवे या फिर वो इमीग्रेशन की उलंघना करे या अमेरिका प्रति वो वफादार ना होवे। और इसी नूं लैके ही एक बार फिर तो चर्चा विच जदों नैंसी मेज आई सी सामने, जदों उन्होंने ये कहा सी कि जो अमेरिका विच जन्मे ने सिर्फ उन्हां नूं ही अधिकार होना चाहिए है अमेरिका के सरकारी अहुदे ते तैनात रहन दा। उन्हां नूं लैके भी एक वड्डी अपडेट हुण सामने आ चुकी है। सो हुण मैं गल कर रही सी नैंसी मेज की, जिन्हां ने एक ऐसा बयान दिता, ऐसा मता पेश किया जिसनूं लैके हुण वो खुद ही इसके खिलाफ या फिर इसके विरोध का सामना कर रही है। जी हाँ, उन्होंने दे वल्लों ये कहा गया सीगा कि अमेरिका तो जो बाहर जन्मे व्यक्ति है वो चोण नहीं लड़नी चाहिए उन्होंने, या फिर उन्होंने चोण लड़न तो रोकना सीगा। इस प्रस्तावित सौद का जबरदस्त विरोध हुण हो रहा है। भारतीय मूल के 3 डेमोक्रेटिक संसद मैंबरों ने रिपब्लिकन प्रतिनिधि नैंसी मेज द्वारा पेश की उस प्रस्तावित संविधानिक सौद का जोरदार विरोध किया है, जिस विच ये कहा गया कि अमेरिका तो बाहर पैदा हुए व्यक्तियों ते कांग्रेस, संघी न्यायपालिका ते सैनेट द्वारा पुष्टि वाले अहुदियां ते काम करन उपर रोक लाई जाए। डेमोक्रेटिक प्रतिनिधि भारतीय मूल के प्रमिला जयपाल, राजा कृष्णमूर्ति ते श्री थानेदार जो अमेरिका तो बाहर पैदा हुए सन, उन्हां तो बाद विच अमरीकी नागरिक बने सन, यानी कि वो अमेरिका तो बाहर यानी कि भारत दे हन अते भारत विच पैदा होए सी ते शुरू तो काफ़ी लंबे समय तो अमेरिका विच रह रहे सी अते समय सरकारी अहुदियां ते तैनात भी हन अते इसके मैंबर भी हन। इसी नूं लैके ही नैंसी मेज के बयान ने एक नवी चर्चा छेड़ दी है और ये सारे वो भारतीय मूल के नागरिक हैं जो बाद विच अमरीकी नागरिक बने सन। उन्होंने इस प्रस्तावित सौद का विरोध करदिया ये कहा कि अमरीकी लोकतंत्रिक कदरां कीमतां के खिलाफ है। उन्होंने भी कहा कि प्रस्तावित सौद इमीग्रेशन ते नागरिकता बारे अमरीकी आदर्शां नाल खिलवाड़ करन दे बराबर है। कृष्णमूर्ति ने कहा कि मेज की तजवीज़ अमरीकी सिद्धांतां नाल गद्दारी है, जिन्हां सिद्धांतां करके अमरीकी लोकतंत्र की विश्व विच पहचान बनी है। क्योंकि सिंपल सी गल ये भी है कि अमेरिका दे विच बहुत सारे ऐसे प्रवासी या विदेशी नागरिक मौजूद ने जिन्होंने अमेरिका विच बहुत बड़ा योगदान पाया, चाहे किसी अहुदे ते मौजूद होके होवे। इस समय जो राष्ट्रपति दे नाल यानी कि ट्रंप दे नाल भी ऐसे बहुत सारे विदेशी नागरिक मौजूद ने जो किसी न किसी अहुदे ते तैनात किए गए हैं और रिपब्लिकन पार्टी दे भी ने। पर डेमोक्रेटिक पार्टियां इस तरीके का निशाना बनाना हुण नैंसी मेज के खिलाफ एक जोरदार प्रदर्शन नूं खड़ा कर रहा है। उसके विरोध विच हुण ये सारे खड़े हो चुके हैं। कृष्णमूर्ति ने साबका राष्ट्रपति रोनाल्ड रीगन के बयान का हवाला दिता जिथे उन्होंने कहा सी कि विश्व के किसी भी कोने विचों कोई भी व्यक्ति अमेरिका आ सकता है तो इसका नागरिक भी बन सकता है। डेमोक्रेटिक सांसदा ने यह भी कहा कि देशभक्ति जन्म स्थान तो नहीं बल्कि कर्मा तो नापी जाती है। जयपाल जो भारत विच पैदा हुई सी उसने 2000 विच अमरीकी नागरिक बनी सी। उन्हें प्रस्तावित सौद नूं नस्ली करार दिंदियां ये कहा कि इस द्वारा देश की प्रवास संबंधी विरासत नूं अखों परोखे किया गया है और अमेरिका में सब तो ज़्यादा योगदान पाया जाता। वोटां की गिनती की गल करा तो बहुत सारी वोटां भी इत्थों हासिल होंदियां ने। ते अगर इस तरीके का विरोध या नस्ली भेदभाव उजागर होंदा है तो ये किते ना किते अमेरिका लिए भी बड़ा नुकसान है। तो अमेरिका विच आने वाले समय में उन्होंने लोगों ते रोक भी लगाएगा जो अमेरिका आने का सुपना वेखते सन। हुण गल कर लेंदे हां जी TSA दी यानी कि ट्रांसपोर्टेशन सिक्योरिटी एडमिनिस्ट्रेशन दी। जी हाँ, उन्होंने एक यात्रियों को सख्त चेतावनी दी है। फिलहाल TSA वालों पहला भी बहुत सारिया चेतावनियां यात्रियों को दित्तियां जांदियां ने। अमेरिका की TSA ने हवाई यात्रियों लिए एक नवी चेतावनी जारी की है जिस विच उन्होंने कहा है कि कुछ तरल पदार्थ ऐसे हैं जिन्होंने यात्री अपने कैरी ऑन बैग विच ना रखन। बहुत सारे लोग ऐसे ने जो अपने बैग विच जो हैंड बैग हुंदा है उहदे विच बहुत सारिया चीज़ां रख लैंदे ने। कई बार वो लोग अनजान हुंदे ने इस गल तो कि उसनूं मनाही है तो चीज़ां नहीं लैके जाइया जा सकदियां और उस विच कुछ ऐसी चीज़ां भी हुंदियां ने जो कि लिक्विड हुंदियां ने, लिक्विड फॉर्म च हुंदियां ने। पर कई बार उन्हां दी जो स्थिति है वो अलग तरीके की होंदी है, जिवें कि कोई जैल हो गई या कोई स्प्रे हो गया। हुण इन्हां नूं लैके भी एक चेतावनी जारी की गई जिस करके यात्रियों नूं हुण सफ़र दौरान खास ध्यान रखना पेगा। उन्होंने क्या है कि यात्री अपने कैरी ऑन बैग विच ऐसे लिक्विड पदार्थ ना रखन भावें वो 3.4 औंस की मंजूरी हद तो घट ही क्यों ना हो। TSA के अनुसार कई लोग यात्रा के दौरान पीनट बटर रखते हैं, क्रीमी डिप्स रखते हैं, जैल्स रखते हैं, स्प्रैड्स अते होर गाढ़े पदार्थ अपने हथ वाले बैग विच लै जाते हैं। पर सुरक्षा नियमां के मुताबक
ਇਹ ਚੀਜ਼ਾਂ ਲਿਕੁਇਡ ਕੈਟਾਗਰੀ ਵਿੱਚ ਆ ਸਕਦੀਆਂ ਹਨ ਅਤੇ ਜੇ ਮਾਤਰਾ ਨਿਰਧਾਰਿਤ ਹੱਦ ਤੋਂ ਵੱਧ ਹੋਵੇ ਤਾਂ ਸੁਰੱਖਿਆ ਚੈੱਕ ਦੌਰਾਨ ਜ਼ਬਤ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਕਰਕੇ ਉਹਨਾਂ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਯਾਤਰਾ ਤੋਂ ਪਹਿਲਾਂ ਕੈਰੀ ਔਨ ਅਤੇ ਚੈੱਕਡ ਬੈਗੇਜ ਦੇ ਨਿਯਮ ਜਿਹੜੇ ਨੇ ਉਹ ਧਿਆਨ ਦੇ ਨਾਲ ਚੈੱਕ ਕਰਨ ਤਾਂ ਜੋ 에ਅਰਪੋਰਟ ਸਿਕਿਉਰਿਟੀ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਅਗਰ ਕੋਈ ਵੀ ਇਸ ਤਰੀਕੇ ਦਾ ਪਦਾਰਥ ਮਿਲ ਜਾਂਦਾ ਹੈ ਜਾਂ ਫਿਰ ਕਿਸੇ ਯਾਤਰੀ ਨੂੰ ਰੋਕ ਲਿਆ ਜਾਂਦਾ ਹੈ ਤੇ ਇਸ ਦੇ ਨਾਲ ਉਸ ਯਾਤਰੀ ਦਾ ਸਮਾਂ ਬਰਬਾਦ ਹੋਏਗਾ ਅਤੇ ਉਸ ਨੂੰ ਇੱਕ ਲੰਬੀ ਜਾਂਚ ਦੇ ਹਵਾਲੇ ਤੋਂ ਨਿਕਲਣਾ ਪੈ ਸਕਦਾ ਹੈ ਅਤੇ ਉਸ ਦਾ ਸਮਾਨ ਜ਼ਬਤ ਕੀਤਾ ਜਾ ਸਕਦਾ ਹੈ। ਇਸ ਕਰਕੇ ਯਾਤਰੀਆਂ ਨੂੰ ਖਾਸ ਹਦਾਇਤ ਦਿੱਤੀ ਗਈ ਹੈ ਕਿ ਯਾਤਰਾ ਤੋਂ ਪਹਿਲਾਂ ਬਿਲਕੁਲ ਚੰਗੀ ਤਰੀਕੇ ਦੇ ਨਾਲ ਇਹ ਨਿਯਮ ਧਿਆਨ ਵਿੱਚ ਰੱਖੇ ਜਾਣ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਗਰਮੀ ਦੀਆਂ ਛੁੱਟੀਆਂ ਅਤੇ ਵੱਧ ਰਹੀ ਹਵਾਈ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਨਿਯਮਾਂ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਕਈ ਯਾਤਰੀ ਅਣਜਾਣੇ ਵਿੱਚ ਐਸੀਆਂ ਚੀਜ਼ਾਂ ਆਪਣੇ ਬੈਗ ਵਿੱਚ ਰੱਖ ਲੈਂਦੇ ਹਨ ਜੋ TSA ਦੇ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ। TSA ਨੇ ਇਹ ਵੀ ਕਿਹਾ ਹੈ ਕਿ ਜੇ ਕੋਈ ਚੀਜ਼ ਪੌਰ, ਸਪਰੇ ਜਾਂ ਜੈਲ ਦੀ ਤਰ੍ਹਾਂ ਵਰਤੀ ਜਾਂਦੀ ਹੈ ਤਾਂ ਉਸ ਨੂੰ ਵੀ ਲਿਕੁਇਡ ਹੀ ਮੰਨਿਆ ਜਾ ਸਕਦਾ ਹੈ। ਇਸ ਲਈ ਯਾਤਰੀਆਂ ਨੂੰ 에ਅਰਪੋਰਟ ਤੇ ਜਾਣ ਤੋਂ ਪਹਿਲਾਂ ਆਪਣਾ ਸਮਾਨ ਚੰਗੀ ਤਰ੍ਹਾਂ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਯਾਤਰੀਆਂ ਨੂੰ 에ਅਰਪੋਰਟ ਤੇ ਨਾ ਹੋਵੇ। ਸੋ ਜੀ, ਅਮਰੀਕਾ ਤੋਂ ਇੱਕ ਹੋਰ ਐਸੀ ਖਬਰ ਸਾਹਮਣੇ ਆ ਗਈ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਟਰੱਕ ਡਰਾਈਵਰਾਂ ਦੇ ਖਿਲਾਫ ਇੱਕ ਨਵੀਂ ਬਹਿਸ ਛੇੜਨ ਦਾ ਮੌਕਾ ਦੇ ਦਿੱਤਾ ਹੈ। ਜੀ ਹਾਂ, ਵੈਸੇ ਤਾਂ ਪਹਿਲਾਂ ਹੀ ਟਰੱਕ ਡਰਾਈਵਰਾਂ ਦੇ ਖਿਲਾਫ ਬਹੁਤ ਸਾਰੀ ਆਵਾਜ਼ ਚੁੱਕੀ ਜਾ ਰਹੀ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਟਰੱਕ ਡਰਾਈਵਰ ਦੀ ਜੋ ਅਣਗਹਿਲੀ ਕਰਕੇ ਬਹੁਤ ਸਾਰੇ ਹਾਦਸੇ ਹੋ ਰਹੇ ਨੇ, ਜਿਸ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦਾ ਨਾਮ ਪਿੱਛੇ ਜੇ ਕਾਫੀ ਸਾਹਮਣੇ ਆਏ ਔਰ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਗਈ ਸੀਗੀ। ਇੱਕ ਹੋਰ ਖਬਰ ਸਾਹਮਣੇ ਆ ਗਈ ਹੈ ਜਿਸ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੇ ਬਹੁਤ ਸਾਰੀਆਂ ਕਾਰਾਂ ਨੂੰ ਦਰੜ ਦਿੱਤਾ ਹੈ। ਜੀ ਹਾਂ, ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਮੁੜ ਕਸੂਤੇ ਫਸ ਗਏ ਨੇ ਜਦੋਂ ਮਨਵੀਰ ਸਿੰਘ ਦੇ ਟਰੱਕ ਨੇ ਸਾਹਮਣੇ ਜਾ ਰਹੀ ਕਾਰ ਦਰੜ ਦਿੱਤੀ ਅਤੇ ਇਸ ਵਿੱਚ ਸਵਾਰ 2 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ 3 ਹੋਰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੈਲੀਫੋਰਨੀਆ ਦੀ ਸੈਨ ਵੋਕਿਨ ਕਾਉਂਟੀ ਵਿੱਚ ਹਾਈਵੇ 99 ਤੇ ਵਾਪਰੇ ਹੋਣਹਾਰ ਹਾਦਸੇ ਮਗਰੋਂ ਟਰੰਪ ਸਰਕਾਰ ਦੀ ਐਂਟਰੀ ਹੋ ਚੁੱਕੀ ਹੈ ਅਤੇ 24 ਸਾਲਾਂ ਦੇ ਮਨਵੀਰ ਸਿੰਘ ਗੈਰ ਕਾਨੂੰਨੀ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਜੋ ਜੁਲਾਈ 2023 ਵਿੱਚ ਐਰੀਜ਼ੋਨਾ ਸੂਬੇ ਰਾਹੀਂ ਅਮਰੀਕਾ ਦਾਖਲ ਹੋਇਆ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਹੈ ਕਿ ਹਾਦਸੇ ਮਗਰੋਂ ਮਨਵੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਕਰੜੀ ਮੁਸ਼ੱਕਤ ਕਰਦਿਆਂ ਉਸ ਨੂੰ ਕਾਬੂ ਕੀਤਾ ਹੈ। ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਮਨਵੀਰ ਸਿੰਘ ਤੇ ਡਿਟੇਨਰ ਲਾਗੂ ਕਰ ਦਿੱਤਾ ਗਿਆ ਜਿਸ ਵਿਰੁੱਧ ਘੋਰ ਲਾਪਰਵਾਹੀ ਵਰਤਦਿਆਂ ਮੌਤ ਦਾ ਕਾਰਨ ਬਣਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਸੇ ਦੌਰਾਨ ਮਨਵੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸਨੇ ਦੋਸ਼ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਮਨਵੀਰ ਸਿੰਘ ਦੀ ਜ਼ਮਾਨਤ ਲਈ $4 ਲੱਖ ਦਾ ਬੌਂਡ ਭਰਨ ਦੀ ਸ਼ਰਤ ਲਾਗੂ ਕੀਤੀ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਮਨਵੀਰ ਸਿੰਘ 50 ਮੀਲ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਨਾਲ ਟਰੱਕ ਚਲਾ ਰਿਹਾ ਸੀ ਅਤੇ ਸਾਹਮਣੇ ਜਾ ਰਹੀ ਗੱਡੀ ਦਰੜਨ ਤੋਂ ਪਹਿਲਾਂ ਬ੍ਰੇਕ ਨਾ ਲਾਈ। ਗੱਡੀ ਵਿੱਚ ਸਵਾਰ 20 ਸਾਲ ਅਤੇ 16 ਸਾਲ ਦੇ ਨੌਜਵਾਨ ਮੌਕੇ ਤੇ ਦਮ ਤੋੜ ਗਏ ਜਦਕਿ ਚੇਨ ਰਿਐਕਸ਼ਨਸ ਕਰਕੇ 2 ਹੋਰ ਗੱਡੀਆਂ ਵੀ ਨੁਕਸਾਨੀਆਂ ਗਈਆਂ ਅਤੇ ਕਈ ਲੋਕ ਜ਼ਖਮੀ ਹੋਏ ਹਨ। ਉਧਰ ਮਨਵੀਰ ਸਿੰਘ ਦੇ ਵਕੀਲ ਨੇ ਅਦਾਲਤ ਦੱਸਿਆ ਕਿ ਉਸਦੇ ਮੁਵੱਕਲ ਨੇ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਅਤੇ ਅਚਨਚੇਤ ਵਾਪਰੇ ਹਾਦਸੇ ਤੋਂ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਈ ਡਰਾਈਵਰ ਅਜਿਹੇ ਹਾਦਸੇ ਵਿੱਚ ਸ਼ਮੂਲੀਅਤ ਨਹੀਂ ਚਾਹੁੰਦਾ ਪਰ ਹਾਈਵੇਜ਼ ਤੇ ਹਾਲਾਤ ਆਪਣੇ ਵੱਸ ਵਿੱਚ ਨਹੀਂ ਹੁੰਦੇ। ਅਦਾਲਤ ਵਿੱਚ ਮਨਵੀਰ ਸਿੰਘ ਦੇ ਇਮੀਗ੍ਰੇਸ਼ਨ ਸਟੇਟਸ ਦਾ ਕੋਈ ਜ਼ਿਕਰ ਨਾ ਹੋਇਆ ਅਤੇ ਜ਼ਿਲ੍ਹਾ ਅਟਾਰਨੀ ਨੇ ਇਹ ਕਿਹਾ ਕਿ ਉਹ ਕਾਨੂੰਨੀ ਤੌਰ ਤੇ ਜਾਇਜ਼ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਤੇ ਟਰੱਕ ਚਲਾ ਰਿਹਾ ਸੀ। ਦੂਜੇ ਪਾਸੇ ਟਰੰਪ ਸਰਕਾਰ ਨੇ ਹਾਦਸੇ ਮਗਰੋਂ ਇਹ ਕਿਹਾ ਕਿ ਭਾਰਤ ਨਾਲ ਸੰਬੰਧਿਤ ਗੈਰ ਕਾਨੂੰਨੀ ਪ੍ਰਵਾਸੀ ਨੂੰ ਟਰੱਕ ਚਲਾਉਣ ਦੀ ਇਜਾਜ਼ਤ ਨਹੀਂ ਸੀ ਮਿਲਣੀ ਚਾਹੀਦੀ ਪਰ ਕੈਲੀਫੋਰਨੀਆ ਸਰਕਾਰ ਦੀ ਦਰਿਆਦਿਲੀ ਸਦਕਾ ਉਸ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਮਿਲ ਗਿਆ ਹੈ। ਇੱਥੇ ਗੱਲ ਕਲੀਅਰ ਕਰਦਿਆਂ ਕਿ ਟਰੰਪ ਨੇ ਹਾਲੀਆ ਵਿੱਚ ਇੱਕ ਇਹ ਬਿਆਨ ਜਾਰੀ ਕੀਤਾ ਸੀ ਜਾਂ ਨਿਯਮ ਜਾਰੀ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀਗਾ ਕਿ ਕੋਈ ਵੀ ਰਾਜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਾਇਸੈਂਸ ਨਹੀਂ ਮੁਹੱਈਆ ਕਰਵਾਏਗਾ ਜਿਸ ਵਿੱਚ ਕੈਲੀਫੋਰਨੀਆ ਦਾ ਨਾਮ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆ ਰਿਹਾ ਸੀਗਾ ਬਟ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਡਰਾਈਵਰ ਨੂੰ ਵੀ ਕੈਲੀਫੋਰਨੀਆ ਤੋਂ ਲਾਇਸੈਂਸ ਮਿਲਿਆ ਹੈ। ਇਸ ਕਰਕੇ ਟਰੰਪ ਪ੍ਰਸ਼ਾਸਨ ਨੇ ਸਿੱਧਾ ਕੈਲੀਫੋਰਨੀਆ ਰਾਜ ਤੇ ਇਸ ਨੂੰ ਇਲਜ਼ਾਮ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਕੈਲੀਫੋਰਨੀਆ ਤੋਂ ਹੀ ਪਹਿਲਾਂ ਬਹੁਤ ਸਾਰੇ ਐਸੇ ਲਾਇਸੈਂਸ ਜਾਰੀ ਕੀਤੇ ਗਏ ਸੀ ਜਾਲੀ ਯਾਨੀ ਕਿ ਕਹਿ ਲਵਾਂ ਕਿ ਐਸੇ ਲਾਇਸੈਂਸ ਜਿਸ ਵਿੱਚ ਕੋਈ ਵੀ ਇਹ ਪਤਾ ਨਹੀਂ ਸੀਗਾ ਕਿ ਜੋ ਡਰਾਈਵਰ ਹੈ ਉਹ ਕਿੱਥੋਂ ਦਾ ਹੈ, ਗੈਰ ਕਾਨੂੰਨੀ ਹੈ ਜਾਂ ਨਹੀਂ ਹੈ, ਯਾਨੀ ਕਿ ਉਸਦਾ ਇਮੀਗ੍ਰੇਸ਼ਨ ਸਟੇਟਸ
ਨਹੀਂ ਸੀ ਦੇਖਿਆ ਗਿਆ, ਉਸ ਦੀ ਜਾਂਚ ਪੜਤਾਲ ਨਹੀਂ ਸੀ ਕੀਤੀ ਗਈ। ਔਰ ਇਸੇ ਤਰੀਕੇ ਨਾਲ ਬਹੁਤ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਇਹ ਜੋ ਲਾਇਸੈਂਸ ਹਾਸਲ ਕੀਤਾ ਸੀ ਕੈਲੀਫੋਰਨੀਆ ਤੋਂ, ਔਰ ਇਸ ਤੋਂ ਬਾਅਦ ਟਰੰਪ ਸਰਕਾਰ ਵੱਲੋਂ ਇੱਕ ਸਖਤ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਅਗਰ ਇਸ ਤਰੀਕੇ ਨਾਲ ਹੋਏਗਾ ਤੇ ਉਸ ਰਾਜ ਦਾ ਫੰਡ ਰੱਦ ਕਰ ਦਿੱਤਾ ਜਾਏਗਾ ਜਾਂ ਫੰਡ ਰੋਕ ਦਿੱਤਾ ਜਾਏਗਾ। इसके बावजूद भी हुण जो हादसा होया है उसने इस गल नूं लैके पुष्टि कर दी है कि इस तरीके के ट्रक ड्राइवर होर भी ज़्यादा अमेरिका विच मौजूद हो सकते हैं, जो इन्नी सख्ती के बावजूद भी और इन्ना रोक के बावजूद भी हले भी अमेरिका विच ट्रक चला रहे हैं। सो इस हादसे तो बाद बाकी जो ट्रक ड्राइवर ने हुण दोबारा तो कसूते फस चुके हैं। फिलहाल तो जगह जगह जाके चैकिंग की जाती है और राह दे विच रोक के एजेंट्स वालों भी ट्रक ड्राइवरां नाल जांच पड़ताल की जाती है, उन्हां नाल गलबात की जाती है। उत्थे ही अगर किसी ट्रक ड्राइवर नूं इंग्लिश नहीं आती, अगर वो कम्यूनीकेट करन दे विच उसनूं मुश्किल आउंदी है तो उसनूं तुरंत हिरासत विच लै लिया जाता है। उस तो बाद उहदे इमीग्रेशन स्टेटस की जांच पड़ताल करनी शुरू कर दी जाती है। यह सख्ती हो चुकी है जिस करके बहुत चैकिंग भी हो रही है, पर इसके बावजूद भी यह हादसा होना ਇਹ ਗੱਲ ਨੂੰ ਦਰਸਾਉਂਦਾ ਹੈ कि किते ना किते हले भी ढिल है तो कोई भी इसनूं सीरियसली शायद नहीं लै रहा है। सो ट्रंप ने कैलीफोर्निया सरकार की दरियादिली कहा इसनूं ते कमर्शियल ड्राइवर लाइसेंस मिल गया। उन्होंने कहा कि कैलीफोर्निया सरकार ने ये लाइसेंस दवाया। अजिहे ड्राइवरां नूं अमेरिका के हाईवेज़ तो दूर रखने वास्ते डलाइला कानून लिआंदा जा रहा है ਅਤੇ ਇਸ ਦੇ ਲਾਗੂ ਹੋਣ ਮਗਰੋਂ ਪੂਰੇ ਮੁਲਕ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਰੱਦ ਹੋ ਜਾਣਗੇ। ਹੈਰਾਨਕੁਨ ਤੱਥ ਇਹ ਹੈ ਕਿ ਡਲਾਈਲਾ ਵਾਲਾ ਹਾਦਸਾ ਵੀ ਪੰਜਾਬੀ ਟਰੱਕ ਡਰਾਈਵਰ ਪ੍ਰਤਾਪ ਸਿੰਘ ਨੇ ਅੰਜਾਮ ਦਿੱਤਾ ਅਤੇ ਇਮੀਗ੍ਰੇਸ਼ਨ ਵਾਲਿਆਂ ਨੇ ਪ੍ਰਤਾਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਨਾਲ ਸੰਬੰਧਿਤ ਹਾਦਸਿਆਂ ਬਾਰੇ ਅਦਾਲਤੀ ਕਾਰਵਾਈ ਚੱਲ ਰਹੀ ਹੈ ਅਤੇ ਹੁਣ ਮਨਵੀਰ ਸਿੰਘ ਦੀ ਅਦਾਲਤ ਵਿੱਚ ਪੇਸ਼ ਨਾਲ ਸੰਬੰਧਿਤ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਹਨ। ਔਰ ਇਸ ਤਰੀਕੇ ਦੇ ਹਾਦਸੇ ਵਿੱਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਵੀ ਕਿਸੇ ਨਾ ਕਿਤੇ ਪੰਜਾਬੀਆਂ ਦੇ ਲਈ ਇੱਕ ਬਹੁਤ ਬੁਰੀ ਹੀ ਖਬਰ ਹੈ। ਵਰਜੀਨੀਆ ਵਿੱਚ ਅਮਰੀਕੀ ਕਾਂਗਰਸ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਸਾਹਮਣੇ ਆਇਆ। ਵਰਜੀਨੀਆ ਸੁਪਰੀਮ ਕੋਰਟ ਵੱਲੋਂ ਨਵਾਂ ਕਾਂਗਰਸ ਮੈਪ ਰੱਦ ਕਰਨ ਤੋਂ ਬਾਅਦ ਘੱਟੋ ਘੱਟ 4 ਵੱਡੇ ਡੈਮੋਕ੍ਰੇਟ ਉਮੀਦਵਾਰਾਂ ਨੇ ਆਪਣੀਆਂ ਚੋਣ ਮੁਹਿੰਮਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਫੈਸਲੇ ਨੇ ਡੈਮੋਕ੍ਰੈਟਿਕ ਪਾਰਟੀ ਦੀ ਰਣਨੀਤੀ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਹੁਣ ਕਈ ਉਮੀਦਵਾਰਾਂ ਨੂੰ ਜਾਂ ਤਾਂ ਰਿਪਬਲਿਕਨ ਹਾਵੀ ਹਲਕਿਆਂ ਵਿੱਚ ਚੋਣ ਲੜਨੀ ਪਵੇਗੀ ਜਾਂ ਫਿਰ ਆਪਣੇ ਹੀ ਪਾਰਟੀ ਦੇ ਮੌਜੂਦਾ ਮੈਂਬਰਾਂ ਨੂੰ ਚੁਣੌਤੀ ਦੇਣੀ ਪਵੇਗੀ। ਵਰਜੀਨੀਆ ਦੇ ਵਿੱਚ ਪਹਿਲਾਂ ਬਣਾਏ ਗਏ ਨਵੇਂ ਕਾਂਗਰਸੀ ਮੈਪ ਨਾਲ ਡੈਮੋਕ੍ਰੇਟਸ ਨੂੰ ਫਾਇਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, पर कोर्ट ने इस मैप ਨੂੰ ਰੱਦ ਕਰਦੇ ਹੋਏ ਪੁਰਾਣੇ ਮੈਪ ਨੂੰ ਹੀ ਬਰਕਰਾਰ ਰੱਖਿਆ। ਮੌਜੂਦਾ ਹਾਲਾਤਾਂ ਵਿੱਚ ਵਰਜੀਨੀਆ ਦੇ 11 ਕਾਂਗਰਸੀ ਹਲਕਿਆਂ ਵਿੱਚੋਂ 6 ਡੈਮੋਕ੍ਰੇਟ ਅਤੇ 5 ਰਿਪਬਲਿਕਨ ਮੈਂਬਰ ਹਨ। ਪ੍ਰਾਇਮਰੀ ਚੋਣਾਂ ਦੀ ਮਿਤੀ ਵੀ ਬਦਲ ਕੇ ਹੁਣ 4 ਅਗਸਤ ਕਰ ਦਿੱਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੀ ਮੁਹਿੰਮ ਰੋਕਣ ਵਾਲਿਆਂ ਵਿੱਚ ਬਰੀ ਫਾਰਮ ਦਾ ਨਾਮ ਸਾਹਮਣੇ ਆਇਆ। ਬਰੀ ਫਾਰਮ ਅਮਰੀਕੀ 에ਅਰ ਫੋਰਸ ਵਿੱਚ ਸੇਵਾ ਕਰ ਚੁੱਕੀ ट्रांसजेंडर अधिकारी है, जिसने ट्रंप प्रशासन वालों फौज विच ट्रांसजेंडर लोगों ते लगाई पाबंदी खिलाफ केस भी किया सी। उसने कहा कि कोर्ट के फैसले तो बाद नवे हालातां विच चोण मुहिम नूं दोबारा खड़ा करन लई समा अते स्रोत दोवें घट रह गए हैं। इस तो इलावा वर्जीनिया की साबका फर्स्ट लेडी डोरोथी मैकालिफ ने भी अपनी चोण मुहिम रोकण का ऐलान किया है। ਉਹ ਨਵੇਂ ਬਣਾਏ ਗਏ 7ਵੇਂ ਕਾਂਗਰਸੀ ਹਲਕੇ ਤੋਂ ਚੋਣ ਲੜ ਰਹੀ ਸੀ। ਉਸਨੇ ਇਹ ਕਿਹਾ ਕਿ ਉਹ ਲੋਕਾਂ ਦੀ ਸੇਵਾ ਅਤੇ ਲੋਕਤੰਤਰ ਦੀ ਰੱਖਿਆ ਲਈ ਮੈਦਾਨ ਵਿੱਚ ਆਈ ਸੀ, ਪਰ ਮੌਜੂਦਾ ਹਾਲਾਤਾਂ ਵਿੱਚ ਮੁਹਿੰਮ ਜਾਰੀ ਰੱਖਣਾ ਮੁਸ਼ਕਿਲ ਬਣ ਗਿਆ ਹੈ। ਸਾਬਕਾ ਸਪੈਸ਼ਲ ਕਾਉਂਸਲ ਜੈਕ ਸਮਿਥ ਦੇ ਡਿਪਟੀ ਰਹਿ ਚੁੱਕੇ ਜੇਪੀ ਕੂਨੀ ਨੇ ਵੀ ਆਪਣੀ ਮੁਹਿੰਮ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕੂਨੀ ਨੇ ਕਿਹਾ ਕਿ ਕੋਰਟ ਦੇ ਫੈਸਲੇ ਨਾਲ ਵਰਜੀਨੀਆ ਦੇ ਵੋਟਰਾਂ ਨੂੰ ਨੁਕਸਾਨ ਹੋਇਆ, पर वो भ्रष्टाचार और कानूनी गड़बड़ा खिलाफ अपनी लड़ाई जारी रखेंगे। इस तरह वर्जीनिया के स्टेट डेलीगेट डैन हेल्बर ने भी अपनी चोण मुहिम समाप्त करने का ऐलान किया। उसने रिपब्लिकन ते दोष लगाया कि जो वो चोणा राही जित नहीं सकते तो वो कोर्टां का सहारा लेंदे हैं। उसने न्याय प्रणाली विच सुधारा की भी मांग की है। ते दूसरे पासे ट्रंप प्रशासन के साबका अधिकारी और हुण डैमोक्रेटिक उम्मीदवार ओलिविया ट्रोए ने अज तक अपनी मुहिम बारे अंतिम फैसला नहीं लिया है। उसने एक ब्लॉग विच लिखा कि आईस डिटेंशन सेंटर के दौरे और कोर्ट के फैसले तो बाद वो होर भी दृढ़ हो गई है कि लड़ाई जारी रहनी चाहिए है।
ਇਸ ਸਾਰੇ ਸਿਆਸੀ ਹਲਚਲ ਵਿੱਚ ਇੱਕ ਡੈਮੋਕ੍ਰੇਟ ਉਮੀਦਵਾਰ ਟੋਮ ਪੈਰੀਏਲੋ ਨੇ ਚੋਣ ਮੈਦਾਨ ਨਾ ਛੱਡਣ ਦਾ ਐਲਾਨ ਕੀਤਾ। ਉਹ ਹੁਣ ਮੌਜੂਦਾ 5ਵੇਂ ਕਾਂਗਰਸੀ ਹਲਕੇ ਤੋਂ ਰਿਪਬਲਿਕਨ ਮੈਂਬਰ ਜੌਨ ਮੈਗਵਾਇਰ ਨੂੰ ਚੁਣੌਤੀ ਦੇਣਗੇ। ਇਸ ਤੋਂ ਇਲਾਵਾ ਪੈਰੀਏਲੋ ਪਹਿਲਾਂ ਵੀ 2009 ਤੋਂ 2011 ਤੱਕ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੇ ਨਾਲ ਸੈਂਕੜੇ ਮੀਟਿੰਗਾਂ ਦੌਰਾਨ ਇੱਕ ਗੱਲ ਸਾਫ਼ ਹੋ ਗਈ ਕਿ ਮੌਜੂਦਾ ਨੁਮਾਇੰਦਗੀ ਨਾਲ ਲੋਕ ਖੁਸ਼ ਨਹੀਂ ਹਨ ਅਤੇ ਉਹ ਬਦਲਾਅ ਚਾਹੁੰਦੇ ਹਨ। ਇਸੇ ਕਰਕੇ ਕੁਝ ਜਿਹੜੇ ਨੇ ਡੈਮੋਕ੍ਰੈਟਿਕ ਮੈਂਬਰ ਉਹਨਾਂ ਨੇ ਆਪਣੀ ਮੁਹਿੰਮ ਨੂੰ ਬੰਦ ਕਰ ਦਿੱਤਾ ਹੈ ਤੇ ਛੱਡ ਦਿੱਤਾ ਹੈ ਤੇ ਕੁਝ ਜਿਹੜੇ ਨੇ ਹਲੇ ਨਹੀਂ ਛੱਡਣਾ ਚਾਹੁੰਦੇ, ਜਦ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਲੜਾਈ ਜਾਰੀ ਰਹੇਗੀ। ਸੋ ਹੁਣ ਗੱਲ ਕਰ ਲੈਂਦੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ। ਜੀ ਹਾਂ, ਟਰੰਪ ਨੇ ਇੱਕ ਮਹੱਤਵਪੂਰਨ ਸੁਪਰੀਮ ਕੋਰਟ ਵੋਟਿੰਗ ਤੋਂ ਪਹਿਲਾਂ ਅਦਾਲਤ ਤੇ ਤਿੱਖਾ ਹਮਲਾ ਬੋਲਦਿਆਂ ਉਸ ਨੂੰ ਡਿਸਗ੍ਰੇਸ ਯਾਨੀ ਕਿ ਸ਼ਰਮਨਾਕ ਕਰਾਰ ਦਿੱਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਅਤੇ ਜਨਤਕ ਬਿਆਨਾਂ ਰਾਹੀਂ ਸੁਪਰੀਮ ਕੋਰਟ ਦੇ ਕੁਝ ਜੱਜਾਂ ਤੇ ਦੋਸ਼ ਲਗਾਇਆ ਕਿ ਉਹ ਅਮਰੀਕਾ ਦੀਆਂ ਸਰਹੱਦਾਂ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੇ ਹਨ। ਰਿਪੋਰਟਾਂ ਦੇ ਮੁਤਾਬਕ ਇਹ ਗੁੱਸਾ ਉਸ ਸਮੇਂ ਸਾਹਮਣੇ ਆਇਆ ਜਦੋਂ ਸੁਪਰੀਮ ਕੋਰਟ ਇੱਕ ਅਹਿਮ ਇਮੀਗ੍ਰੇਸ਼ਨ ਅਤੇ ਫੈਡਰਲ ਅਥਾਰਟੀ ਨਾਲ ਜੁੜੇ ਕੇਸ ਤੇ ਵਿਚਾਰ ਕਰ ਰਹੀ ਸੀ। ਟਰੰਪ ਨੇ ਕਿਹਾ ਕਿ ਦੇਸ਼ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਸਰਹੱਦੀ ਸੁਰੱਖਿਆ ਸੰਬੰਧੀ ਮਸਲਿਆਂ ਤੇ ਕੋਰਟ ਦਾ ਰਵੱਈਆ ਕਾਫੀ ਨਰਮ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਵਿੱਚ ਰਹਿਣ ਦਾ ਮੌਕਾ ਮਿਲਿਆ। ਟਰੰਪ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਅਮਰੀਕੀ ਲੋਕ ਮਜ਼ਬੂਤ ਸਰਹੱਦਾਂ ਅਤੇ ਕਾਨੂੰਨ ਦੀ ਉਮੀਦ ਕਰਦੇ ਹਨ, ਪਰ ਕੁਝ ਜੱਜ ਰਾਜਨੀਤਿਕ ਦਬਾਅ ਹੇਠ ਕੰਮ ਕਰ ਰਹੇ ਹਨ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਕੋਰਟ ਨੇ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਰੋਕਿਆ ਤਾਂ ਇਸ ਦਾ ਸਿੱਧਾ ਅਸਰ ਦੇਸ਼ ਦੀ ਸੁਰੱਖਿਆ ਤੇ ਪਵੇਗਾ। ਦੂਜੇ ਪਾਸੇ ਕਾਨੂੰਨੀ ਮਾਹਰ ਅਤੇ ਡੈਮੋਕ੍ਰੈਟਿਕ ਆਗੂਆਂ ਨੇ ਟਰੰਪ ਦੇ ਬਿਆਨਾਂ ਦੀ ਆਲੋਚਨਾ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਤੇ ਇਸ ਤਰ੍ਹਾਂ ਜਨਤਕ ਹਮਲੇ ਕਰਨਾ ਨਿਆਂ ਪ੍ਰਣਾਲੀ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕੁਝ ਮਾਹਰਾਂ ਨੇ ਕਿਹਾ ਹੈ ਕਿ ਅਦਾਲਤ ਦਾ ਕੰਮ ਸੰਵਿਧਾਨ ਦੇ ਆਧਾਰ ਤੇ ਫੈਸਲੇ ਕਰਨਾ ਹੈ, ਨਾ ਕਿ ਰਾਜਨੀਤਿਕ ਦਬਾਅ ਹੇਠ। ਇਹ ਪਹਿਲੀ ਵਾਰ ਨਹੀਂ ਜਦੋਂ ਟਰੰਪ ਨੇ ਸੁਪਰੀਮ ਕੋਰਟ ਜਾਂ ਫੈਡਰਲ ਜੱਜਾਂ ਤੇ ਖੁੱਲ੍ਹ ਕੇ ਹਮਲਾ ਕੀਤਾ ਹੋਵੇ। ਆਪਣੇ ਪਹਿਲੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਉਹ ਕਈ ਵਾਰ ਅਦਾਲਤੀ ਫੈਸਲਿਆਂ ਤੇ ਨਾਰਾਜ਼ਗੀ ਜ਼ਾਹਰ ਕਰਦੇ ਰਹੇ ਹਨ, ਖਾਸ ਕਰਕੇ ਇਮੀਗ੍ਰੇਸ਼ਨ ਚੋਣਾਂ ਅਤੇ ਰਾਸ਼ਟਰਪਤੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਵਿੱਚ। ਇੱਥੇ ਤੱਕ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਹੁਤ ਸਾਰੇ ਜੱਜਾਂ ਦਾ ਬਦਲ ਵੀ ਕਰ ਦਿੱਤਾ ਗਿਆ, ਯਾਨੀ ਕਿ ਉਹਨਾਂ ਨੂੰ ਰੀਪਲੇਸ ਵੀ ਕਰ ਦਿੱਤਾ ਗਿਆ ਤੇ ਕੁਝ ਨਵੇਂ ਜੱਜ ਅਹੁਦੇ ਤੇ ਤੈਨਾਤ ਕੀਤੇ ਗਏ ਸੀ। ਉਹਨਾਂ ਨੂੰ ਅਹੁਦੇ ਤੇ ਤੈਨਾਤ ਕਰਨ ਦਾ ਮਤਲਬ ਇਹੀ ਸੀਗਾ ਕਿ ਮਕਸਦ ਇਹ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਨੇ ਇਮੀਗ੍ਰੇਸ਼ਨ ਦੇ ਮੁੱਦੇ ਹੱਲ ਹੋ ਸਕਣ, ਜੋ ਕਾਰਵਾਈਆਂ ਕੋਰਟ ਵਿੱਚ ਚੱਲ ਰਹੀਆਂ ਨੇ, ਜੋ ਕੇਸ ਫਾਈਲਾਂ ਪਈਆਂ ਨੇ, ਉਸ ਸਭ ਦਾ ਨਿਪਟਾਰਾ ਹੋ ਸਕੇ ਤੇ ਬਹੁਤ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਮਿਲ ਸਕੇ। ਜਦਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਪਹਿਲੇ ਜੱਜ ਮੌਜੂਦ ਸੀ ਉਹ ਬਹੁਤ ਜ਼ਿਆਦਾ ਨਰਮ ਸੀ ਅਤੇ ਉਹ ਹਰ ਕਿਸੇ ਨੂੰ ਹੀ ਇਜਾਜ਼ਤ ਦੇ ਦਿੰਦੇ ਸੀ ਅਮਰੀਕਾ ਵਿੱਚ ਰਹਿਣ ਦੀ, ਜੋ ਡੋਨਾਲਡ ਟਰੰਪ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਇਆ। ਇਸ ਕਰਕੇ ਟਰੰਪ ਨੇ ਦੁਬਾਰਾ ਜੱਜ ਨਿਯੁਕਤ ਕੀਤੇ ਉੱਥੇ ਤੇ ਬਹੁਤ ਸਾਰੇ ਜੱਜਾਂ ਨੂੰ ਬਰਖਾਸਤ ਵੀ ਕਰ ਦਿੱਤਾ ਸੀਗਾ। ਲੋ ਜੀ, ਹੁਣ ਗੱਲ ਕਰਦੇ ਹਾਂ ਡੋਨਾਲਡ ਟਰੰਪ ਜੂਨੀਅਰ ਦੀ। ਜੀ ਹਾਂ, ਡੋਨਾਲਡ ਟਰੰਪ ਜੂਨੀਅਰ ਨੇ ਆਪਣੀ ਮੰਗੇਤਰ ਬੈਟੀਨਾ ਐਂਡਰਸਨ ਨਾਲ ਅਧਿਕਾਰਤ ਤੌਰ ਤੇ ਵਿਆਹ ਕਰਵਾ ਲਿਆ ਹੈ। ਰਿਪੋਰਟਾਂ ਦੇ ਮੁਤਾਬਕ ਦੋਵਾਂ ਨੇ ਫਲੋਰੀਡਾ ਦੇ ਪਾਮ ਬੀਚ ਵਿੱਚ ਕਾਨੂੰਨੀ ਕਾਰਵਾਈ ਪੂਰੀ ਕਰਦੇ ਹੋਏ ਵਿਆਹ ਰਜਿਸਟਰ ਕਰਵਾਇਆ, ਜਦਕਿ ਇਸ ਹਫ਼ਤੇ ਦੇ ਅਖੀਰ ਵਿੱਚ ਬਹਾਮਾਸ ਦੇ ਇੱਕ ਪ੍ਰਾਈਵੇਟ ਟਾਪੂ ਤੇ ਵੱਡਾ ਵਿਆਹ ਸਮਾਗਮ ਹੋਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਵਿਆਹ ਸਮਾਗਮ ਮੈਮੋਰੀਅਲ ਡੇ ਵੀਕਐਂਡ ਦੌਰਾਨ ਇੱਕ ਨਿੱਜੀ ਸਮਾਰੋਹ ਰੂਪ ਵਿੱਚ ਹੋਵੇਗਾ, ਜਿਸ ਵਿੱਚ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਣਗੇ। ਇਹ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀ ਕਾਨੂੰਨੀ ਰਸਮ ਟਰੰਪ ਪਰਿਵਾਰ ਦੇ ਲੰਬੇ ਸਮੇਂ ਤੋਂ ਜੁੜੇ ਰੀਅਲ ਐਸਟੇਟ ਵਕੀਲ ਬ੍ਰੈਡ ਮੈਕਫਰਸਨ ਨੇ ਕਰਵਾਈ ਹੈ। ਸੋ ਬੈਟੀਨਾ ਐਂਡਰਸਨ ਇੱਕ ਮਾਡਲ, ਸੋਸ਼ਲਿਸਟ ਤੋਂ ਇਲਾਵਾ ਸਮਾਜਿਕ ਸੇਵਾਵਾਂ ਨਾਲ ਜੁੜੀ ਹੋਈ ਹਸਤੀ ਮੰਨੀ ਜਾਂਦੀ ਹੈ। ਉਹ ਕੋਲੰਬੀਆ ਯੂਨੀਵਰਸਿਟੀ ਤੋਂ ਆਰਟ ਹਿਸਟਰੀ ਵਿੱਚ ਪੜ੍ਹਾਈ ਕਰ ਚੁੱਕੀ ਹੈ ਅਤੇ ਫਲੋਰੀਡਾ ਦੇ ਪਾਮ ਬੀਚ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ। ਉਹ ਵਾਤਾਵਰਣ ਅਤੇ ਡਿਜ਼ਾਸਟਰ ਰਿਲੀਫ ਨਾਲ ਜੁੜੀ ਇੱਕ ਨਾਨ ਪ੍ਰੋਫਿਟ ਸੰਸਥਾ ਨਾਲ ਵੀ ਕੰਮ ਕਰਦੀ ਹੈ। ਡੋਨਾਲਡ ਟਰੰਪ ਜੂਨੀਅਰ ਅਤੇ ਬੈਟੀਨਾ ਐਂਡਰਸਨ ਦੀ ਨਜ਼ਦੀਕੀ 2024 ਦੌਰਾਨ ਚਰਚਾ ਵਿੱਚ ਆਈ ਸੀ। ਬਾਅਦ ਵਿੱਚ ਦੋਵਾਂ ਦੀ ਮੰਗਣੀ ਦਾ ਐਲਾਨ 2025 ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਟਰੰਪ ਜੂਨੀਅਰ ਦੀ ਮੰਗਣੀ ਕੈਂਬਰਲੀ ਨਾਲ ਹੋਈ ਸੀ, ਜੋ ਬਾਅਦ ਵਿੱਚ ਖਤਮ ਹੋ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਆਪਣੇ ਪੁੱਤਰ ਦੇ ਵਿਆਹ ਬਾਰੇ ਟਿੱਪਣੀ ਕਰਦਿਆਂ ਹੋਇਆ ਇਹ ਕਿਹਾ ਕਿ ਉਹ ਵਿਆਹ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਮੌਜੂਦਾ ਅੰਤਰਰਾਸ਼ਟਰੀ ਸਥਿਤੀਆਂ ਅਤੇ ਸਰਕਾਰੀ ਜ਼ਿੰਮੇਵਾਰੀਆਂ ਕਾਰਨ ਇਹ ਠੀਕ ਸਮਾਂ ਨਹੀਂ ਹੈ। ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਦੇ ਨਾਲ ਚੱਲ ਰਹੇ ਤਣਾਅ
ਅਤੇ ਰਾਜਨੀਤਿਕ ਮਾਹੌਲ ਕਰਕੇ ਸਮਾਗਮ ਨੂੰ ਕਾਫੀ ਨਿੱਜੀ ਰੱਖਿਆ ਗਿਆ ਹੈ। ਉਧਰ ਗੱਲ ਕਰ ਲੈਂਦੇ ਕੈਲੀਫੋਰਨੀਆ ਦੀ। ਜੀ ਹਾਂ, ਕੈਲੀਫੋਰਨੀਆ ਦੇ ਔਰੇਂਜ ਕਾਉਂਟੀ ਵਿੱਚ ਇੱਕ ਵੱਡੇ ਰਸਾਇਣਿਕ ਖਤਰੇ ਕਾਰਨ ਕਰੀਬ 40,000 ਲੋਕਾਂ ਨੂੰ ਆਪਣੇ ਘਰ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਐਮਰਜੈਂਸੀ ਗਾਰਡਨ ਗਰੋਵ ਸ਼ਹਿਰ ਵਿੱਚ ਸਥਿਤ ਇੱਕ ਐਰੋਸਪੇਸ ਫੈਕਟਰੀ ਵਿੱਚ ਰਸਾਇਣਿਕ ਟੈਂਕ ਖਰਾਬ ਹੋਣ ਤੋਂ ਬਾਅਦ ਪੈਦਾ ਹੋਈ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਂਕ ਜਾਂ ਤਾਂ ਫਟ ਸਕਦਾ ਹੈ ਜਾਂ ਫਿਰ ਜ਼ਹਿਰੀਲੇ ਕੈਮੀਕਲ ਨਾਲ ਭਾਰੀ ਰਿਸਾਅ ਹੋ ਸਕਦਾ ਹੈ। ਅਧਿਕਾਰੀਆਂ ਦੇ ਮੁਤਾਬਕ GKN ਐਰੋਸਪੇਸ ਫੈਸਿਲਿਟੀ ਵਿੱਚ ਮੌਜੂਦ ਇੱਕ ਵੱਡੇ ਟੈਂਕ ਵਿੱਚ ਮੈਥਾਕ੍ਰਾਈਲੇਟ ਨਾਂ ਦਾ ਬਹੁਤ ਜ਼ਿਆਦਾ ਜਲਨਸ਼ੀਲ ਰਸਾਇਣ ਭਰਿਆ ਹੋਇਆ ਹੈ, ਜੋ ਪਲਾਸਟਿਕ ਅਤੇ ਹਵਾਈ ਜਹਾਜ਼ਾਂ ਦੇ ਪੁਰਜ਼ੇ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ। ਇਹ ਟੈਂਕ ਵੀਰਵਾਰ ਨੂੰ ਜ਼ਿਆਦਾ ਗਰਮ ਹੋ ਗਿਆ ਅਤੇ ਇਸ ਵਿੱਚੋਂ ਜ਼ਹਿਰੀਲੀ ਗੈਸ ਨਿਕਲਣ ਲੱਗੀ। ਔਰੇਂਜ ਕਾਉਂਟੀ ਫਾਇਰ ਅਥਾਰਟੀ ਦੇ ਅਧਿਕਾਰੀ ਨੇ ਇਹ ਕਿਹਾ ਕਿ ਹੁਣ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਹੈ। ਉਸ ਦੇ ਸ਼ਬਦਾਂ ਵਿੱਚ ਹੁਣ ਸਿਰਫ 2 ਹੀ ਸੰਭਾਵਨਾਵਾਂ ਬਚੀਆਂ ਹਨ, ਜਾਂ ਟੈਂਕ ਫੇਲ ਹੋ ਕੇ 6 ਤੋਂ 7,000 ਗੈਲਨ ਖਤਰਨਾਕ ਕੈਮੀਕਲ ਬਾਹਰ ਕੱਢੇਗਾ ਜਾਂ ਫਿਰ ਧਮਾਕੇ ਨਾਲ ਫਟ ਜਾਵੇਗਾ। ਸੁਰੱਖਿਆ ਕਾਰਨਾਂ ਕਰਕੇ ਗਾਰਡਨ ਗਰੋਵ ਦੇ ਨਾਲ-ਨਾਲ ਐਨਹਾਈਮ, ਸਾਈਪਰਸ, ਟੇਨਨ, ਬੁਏਨਾ ਪਾਰਕ ਅਤੇ ਵੈਸਟਮਿੰਸਟਰ ਦੇ ਕੁਝ ਹਿੱਸਿਆਂ ਵਿੱਚ ਵੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਕਈ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਨੂੰ ਠੰਡਾ ਰੱਖਣ ਲਈ ਰੋਬੋਟਿਕ ਵਾਟਰ ਸਿਸਟਮ ਵਰਤੇ ਜਾ ਰਹੇ ਹਨ ਤਾਂ ਜੋ ਧਮਾਕੇ ਦਾ ਖਤਰਾ ਘਟਾਇਆ ਜਾ ਸਕੇ। ਇਸ ਦੇ ਨਾਲ ਹੀ ਜੇ ਟੈਂਕ ਲੀਕ ਕਰਦਾ ਹੈ ਤਾਂ ਕੈਮੀਕਲ ਨੂੰ ਫੈਲਣ ਤੋਂ ਰੋਕਣ ਲਈ ਰੇਤ ਦੀਆਂ ਰੋਕਾਂ ਵੀ ਬਣਾਈਆਂ ਗਈਆਂ ਹਨ। ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਰਸਾਇਣ ਦੀਆਂ ਗੈਸਾਂ ਨਾਲ ਸਾਹ ਲੈਣ ਵਿੱਚ ਦਿੱਕਤ, ਅੱਖਾਂ ਵਿੱਚ ਜਲਨ, ਸਿਰ ਦਰਦ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਹਵਾ ਵਿੱਚ ਵੱਡੇ ਪੱਧਰ ਤੇ ਜ਼ਹਿਰੀਲੀ ਗੈਸ ਨਹੀਂ ਮਿਲੀ ਹੈ। ਇਸ ਐਮਰਜੈਂਸੀ ਕਾਰਨ ਹਜ਼ਾਰਾਂ ਲੋਕ ਅਸਥਾਈ ਸ਼ੈਲਟਰਾਂ ਵਿੱਚ ਪਹੁੰਚਾਏ ਗਏ ਹਨ, ਜਦਕਿ ਕੁਝ ਲੋਕਾਂ ਵੱਲੋਂ ਘਰ ਛੱਡਣ ਤੋਂ ਇਨਕਾਰ ਕਰਨ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਤਰੇ ਨੂੰ ਗੰਭੀਰਤਾ ਨਾਲ ਲੈਣ ਅਤੇ ਤੁਰੰਤ ਸੁਰੱਖਿਅਤ ਥਾਵਾਂ ਤੇ ਚਲੇ ਜਾਣ। ਸੋ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਅਪਡੇਟਸ ਇਮੀਗ੍ਰੇਸ਼ਨ ਦੇ ਨਾਲ ਵੀ ਜੁੜੀਆਂ ਹੋਈਆਂ, ਇਸ ਤੋਂ ਇਲਾਵਾ ਅਮਰੀਕਾ ਨਾਲ ਜੁੜੀਆਂ ਹੋਈਆਂ। ਹੋਰ ਅਪਡੇਟਸ ਲਈ ਤੁਸੀਂ ਸਾਡੇ IPTV ਬਾਕਸ ਇਲਾਵਾ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ, ਜਿਵੇਂ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ, ਫੇਸਬੁੱਕ, ਟਿਕਟੋਕ ਤੇ YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਤਾਜ਼ਾ ਅਪਡੇਟ ਤੇ ਸਾਡੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਮਿਲ ਸਕਣ। ਫਿਲਹਾਲ ਅੱਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਔਰ ਸਭ ਦਾ ਬਹੁਤ ਬਹੁਤ ਧੰਨਵਾਦ।